बहुत सारे लोग इस तरह के सीगे ਜਿਹੜੇ कि उत्थे फ्री का कपड़ा नहीं सी लेना चाहते और कुछ इस तरह के आए कि जो 2 कपड़िਆਂ की लोड़ सी तो 20 कपड़े लैके जा रहे थे। फिर इस करके असी इहदी एक भेटा सिर्फ 11 रुपये ताकि ਜਿਹੜੇ फ्री लैके जाना उन्होंने ये ना लगे कि मैं बेइज्जती महसूस ना हो कि मैं फ्री कपड़ा लैके आया, तो जिन्हें खरीद के लैके जाना उन्होंने ये ना लगे कि मेरी पॉकेट के बहुत ज़्यादा पैसे निकल गए। ਪਿੱਛੇ ਦੇਖ ਰਿਹਾ ਰਾਸ਼ਨ ਦਾ ਸਮਾਨ ਵੀ ਇਹ ਵੀ 11 ਰੁਪਏ ਦੇ ਵਿੱਚ नहीं, ये 1111 रुपये है जी। मैं दसना चाहना कि आखिरी उम्मीद संस्था वालों एक राशन की स्कीम शुरू की गई है ਜਿਹੜੀਆਂ कि विडो लेडीज़ है ਜਾਂ ਜ਼ਰੂਰਤਮੰਦ ਪਰਿਵਾਰ ਨੇ ਜਿਹੜੇ कि आर्थिक तंगी ਦੇ ਵਿੱਚ ਨੇ ਉਹਨਾਂ ਦੇ ਵਾਸਤੇ ਇਹ 1111 ਰੁਪਏ ਇੱਕ ਵਾਰ ਦੇਣ ਤੇ ਹਰ ਮਹੀਨੇ ਉਹਨਾਂ ਨੂੰ 500 ਰੁਪਏ ਦਾ ਰਾਸ਼ਨ 1 ਸਾਲ ਤੱਕ ਬਿਲਕੁਲ ਫ੍ਰੀ ਦਿੱਤਾ ਜਾਂਦਾ ਹੈ। ਇਹ ਬਿਲਕੁਲ ਇਹ 11 ਰੁਪਏ 'ਚ ਨਹੀਂ, ਇਹ ਬਿਲਕੁਲ ਫ੍ਰੀ ਹੈ ਜੀ। ਇਹ ਲੇਕਿਨ ਉਹਨਾਂ ਪਰਿਵਾਰਾਂ ਵਾਸਤੇ ਹੈ ਜਿਨ੍ਹਾਂ ਪਰਿਵਾਰਾਂ ਨੂੰ ਇਹਦੀ ਜ਼ਰੂਰਤ ਹੈ ਔਰ ਬੇਨਤੀ ਕਰਾਂਗੇ ਕਿ ਜਿਨ੍ਹਾਂ ਪਰਿਵਾਰਾਂ ਨੂੰ ਇਹਦੀ ਜ਼ਰੂਰਤ ਹੈ ਉਹ ਇੱਥੋਂ ਲੈ ਜਾਣ, ਲੈ ਕੇ ਯੂਜ਼ ਕਰਕੇ ਜਦੋਂ ਉਹਨਾਂ ਦੀ ਵਰਤੋਂ ਖਤਮ ਹੋ ਜਾਏ ਤਾਂ ਉਹ ਅਗਲੇ ਕਿਸੇ ਹੋਰ ਦੀ ਵਰਤੋਂ ਵਾਸਤੇ ਕਿਸੇ ਦੀ ਹੋਰ ਦੀ ਸੇਵਾ ਕੀਤੀ ਜਾ ਸਕੇ ਉਹ ਵਾਪਸ ਦੇ ਜਾਂਦੇ ਨੇ। ਇਹ ਬਰਤਨਾਂ ਦੇ ਵਿੱਚ ਵੀ ਚਾਹੇ ਸਾਡੇ ਕੋਲ ਕੋਈ ਵੀ ਬਰਤਨ ਹੈ, ਕੋਈ ਪ੍ਰੈਸ਼ਰ ਕੁੱਕਰ ਹੈ, ਕੋਈ ਕੜਾਈ ਹੈ, ਕੋਈ ਕੋਲੀਆਂ ਗਿਲਾਸ ਜੋ ਵੀ ਪਿਆ, ਇਹ ਸਾਰਾ ਕੁਝ 11 ਰੁਪਏ ਦੇ ਵਿੱਚ ਮੁਹੱਈਆ ਕਰਾਇਆ ਜਾਂਦਾ ਜੀ। 11 ਰੁਪਏ ਦੇ ਵਿੱਚ ਰੋਟੀ, ਕੱਪੜਾ, ਦਵਾਈ ਅਤੇ ਐਂਬੂਲੈਂਸ ਸੇਵਾ। ਮੈਂ ਦੱਸਣਾ ਚਾਹੂੰਗਾ ਕਿ ਕੱਪੜੇ ਬਾਰੇ ਤੁਹਾਨੂੰ ਦੱਸ ਦਿੱਤਾ ਹੈ। ਰੋਜ਼ ਇੱਥੇ ਦੁਪਹਿਰ ਨੂੰ ਲੰਗਰ ਬਣਦਾ ਹੈ, ਖਾਣਾ ਬਣਦਾ ਹੈ ਔਰ ਉਹ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਮੁਹੱਈਆ ਕਰਾਇਆ ਜਾਂਦਾ ਹੈ। ਕੋਈ ਵੀ ਜਿਹੜਾ ਲੋੜਵੰਦ ਆ ਉਹ ਇੱਥੇ ਆ ਕੇ ਖਾਣਾ ਖਾ ਸਕਦਾ ਹੈ ਸਿਰਫ 11 ਰੁਪਏ 'ਚ। ਗੁਰਪ੍ਰੀਤ ਜੀ ਦੀ ਗੱਲ ਕਰਦਾ ਤਾਂ ਤਹਿ ਦਿਲੋਂ ਧੰਨਵਾਦ ਕਿ ਇਹ ਦਿਨ ਰਾਤ ਸਾਡੇ ਨਾਲ ਸੇਵਾ ਕਰ ਰਹੇ ਨੇ। ਸੁਰਿੰਦਰ ਜੀ ਬੈਠੇ ਨੇ, ਪਿੱਛੇ ਪ੍ਰਕਾਸ਼ ਕੌਰ ਮੈਡਮ ਬੈਠੇ ਨੇ, ਜਾਂ ਹੋਰ ਸਾਡਾ ਲੜਕਾ ਰਾਹੁਲ ਹੈ, ਪੂਜਾ ਮੈਡਮ ਨੇ, ਜਿਹੜੇ ਕਿ ਇੱਥੇ ਸਟਾਫ ਵੀ ਨੇ ਔਰ ਲੰਬੇ ਸਮੇਂ ਤੋਂ ਇਸ NGO ਨਾਲ ਸੇਵਾ ਵੀ ਕਰ ਰਹੇ ਨੇ। ਔਰ ਗੱਲ ਕੀਤੀ ਜਾਵੇ ਤਾਂ ਇਸ NGO ਦੇ ਮੈਂਬਰਾਂ ਦੀ ਤੇ 60 ਤੋਂ 70 ਪ੍ਰਾਣੀ ਇਸ ਟਾਈਮ ਸਾਡੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਸਾਡੀ NGO ਦੇ ਇਸ ਟਾਈਮ ਮੈਂਬਰ ਨੇ। ਤੁਹਾਡੇ ਘਰਾਂ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਪੁਰਾਣਾ ਪਿਆ ਸਮਾਨ ਜਿਹੜਾ ਤੁਹਾਡੀ ਵਰਤੋਂ ਵਿੱਚ ਨਹੀਂ ਹੈ, ਉਹ ਕਿਸੇ ਦੇ ਘਰ ਦੀ ਸ਼ਾਨ ਬਣ ਸਕਦਾ ਹੈ। ਉਹ ਪੁਰਾਣਾ ਸਮਾਨ ਤੁਹਾਡੇ ਵਾਸਤੇ ਪੁਰਾਣਾ ਹੈ, ਲੇਕਿਨ ਜਿਹੜੇ ਖਰੀਦ ਨਹੀਂ ਸਕਦੇ ਉਹਨਾਂ ਵਾਸਤੇ ਉਹ ਸਮਾਨ ਨਵਾਂ ਆ। ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ 9115560161 162 163 164 ਅਤੇ 165। ਇਹ 5 ਨੰਬਰ ਸਾਡੀ NGO ਦੇ ਚੱਲ ਰਹੇ ਆ। ਤੁਹਾਡੇ ਘਰਾਂ 'ਚ ਅਗਰ ਕਿਸੇ ਤਰੀਕੇ ਦਾ ਵੀ ਕੋਈ ਇਸ ਤਰ੍ਹਾਂ ਦਾ ਪੁਰਾਣਾ ਸਮਾਨ ਪਿਆ ਜਿਹੜਾ ਤੁਹਾਡੀ ਵਰਤੋਂ ਵਿੱਚ ਨਹੀਂ, ਤੁਸੀਂ ਸਿਰਫ ਕਾਲ ਕਰਨੀ ਹੈ। ਤੁਹਾਡੇ ਘਰੋਂ ਸਮਾਨ ਲੈ ਕੇ ਆਉਣ ਦੀ ਸੇਵਾ ਇਸ ਸੰਸਥਾ ਵੱਲੋਂ ਬਿਲਕੁਲ ਫ੍ਰੀ ਅਤੇ ਨਿਸ਼ਕਾਮ ਨਿਭਾਈ ਜਾਂਦੀ ਹੈ। ਤੁਹਾਨੂੰ ਜਲੰਧਰ ਦੇ ਇੱਕ ਅਜਿਹੇ ਸ਼ੋਰੂਮ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਕਿ 11 ਰੁਪਏ ਦੇ ਵਿੱਚ ਹਰ ਇੱਕ ਜ਼ਰੂਰਤਮੰਦ ਲੋਕਾਂ ਨੂੰ ਸਮਾਨ ਮਿਲਦਾ ਹੈ। ਤੇ ਇੱਕ ਵਾਰੀ ਕੈਮਰਾਮੈਨ ਕਹੂੰਗਾ ਤਸਵੀਰਾਂ ਦਿਖਾ ਦੇਵੇ ਕਿ 11 ਰੁਪਏ ਦੇ ਵਿੱਚ ਚਾਹੇ ਉਹ ਕੱਪੜਾ ਹੋਵੇ, ਚਾਹੇ ਉਹ ਬਰਤਨ ਹੋਣ ਜਾਂ ਕੋਈ ਹੋਰ ਵੀ ਘਰ ਦਾ ਘਰੇਲੂ ਸਮਾਨ ਲਾ ਲਈਏ 11 ਰੁਪਏ ਦੇ ਵਿੱਚ ਮਿਲਦਾ ਹੈ। ਸਾਡੇ ਨਾਲ NGO ਦੇ ਸੇਵਾਦਾਰ ਵੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ। ਤਹਿ ਦਿਲੋਂ ਧੰਨਵਾਦ ਹੈ ਤੁਹਾਡਾ ਮੀਡੀਆ ਦਾ, ਜੋ ਕਿ ਤੁਸੀਂ ਆਖਰੀ ਉਮੀਦ ਸੰਸਥਾ ਦੇ ਆਫਿਸ 'ਚ ਪਹੁੰਚੇ ਹੋ ਔਰ ਇਹਨਾਂ ਦੀਆਂ ਸੇਵਾਵਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ। ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਬਹੁਤ ਵਧੀਆ ਕੰਮ ਤੁਸੀਂ ਕਰਦੇ ਪਏ ਹੋ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਜੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਹੈ ਕਿ 11 ਰੁਪਏ ਦੇ ਵਿੱਚ ਜ਼ਰੂਰਤਮੰਦਾਂ ਨੂੰ ਸਮਾਨ ਦੇਣਾ ਚਾਹੀਦਾ? ਜੀ ਦੇਖੋ, ਕਰੋਨਾ ਕਾਲ ਦੇ ਚਲਦਿਆਂ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਨੂੰ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਸੀ, ਬਹੁਤ ਸਾਰੀਆਂ ਸਾਡੀਆਂ ਭੈਣਾਂ ਵੀਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੀ ਜੋਬ ਚਲੇ ਗਈ, ਜਾਂ ਤਾਂ ਉਹ ਜੋਬਲੈਸ ਹੋ ਗਏ ਅਤੇ ਜਾਂ ਉਹਨਾਂ ਦੀਆਂ ਤਨਖਾਹਾਂ ਅੱਧੀਆਂ ਰਹਿ ਗਈਆਂ। ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਮਾਰਕੀਟ 'ਚ ਫਾਈਨੈਂਸ਼ੀਅਲੀ ਕ੍ਰਾਈਸਿਸ ਚੱਲ ਰਿਹਾ ਸੀਗਾ ਔਰ ਦੇਖਣ ਨੂੰ ਕੀ ਆਇਆ ਕਿ ਸਾਡੇ ਕੋਲ ਅਸੀਂ ਜਿਸ ਤਰ੍ਹਾਂ ਆਖਰੀ ਉਮੀਦ NGO ਤੋਂ ਸੰਸਕਾਰਾਂ ਦੀ ਸੇਵਾ ਕਰ ਰਹੇ ਸੀਗੇ, ਕਰੋਨਾ ਕਾਲ ਦੇ ਚਲਦਿਆਂ ਜਿਨ੍ਹਾਂ ਲੋਕਾਂ ਦੀ ਕਰੋਨਾ ਨਾਲ ਡੈਥ ਹੋ ਜਾਂਦੀ ਸੀ ਉਹਨਾਂ ਦੇ ਸੰਸਕਾਰਾਂ ਦੀ ਸੇਵਾ ਆਖਰੀ ਉਮੀਦ NGO ਵੱਲੋਂ ਨਿਭਾਈ ਜਾਂਦੀ ਸੀ। ਔਰ ਉਸ ਟਾਈਮ ਦੇ ਉੱਤੇ ਜਿਹੜੇ ਸੰਸਕਾਰਾਂ ਦੀ ਸੇਵਾ ਕਰਨ ਤੋਂ ਉਪਰੰਤ ਲੋਕਾਂ ਨੇ ਸਾਡੇ ਨਾਲ ਕੰਟੈਕਟ ਕਰਨਾ ਚਾਹਿਆ ਕਿ ਜਿਹੜੇ ਇਹ ਕੱਪੜੇ ਪਏ ਨੇ, ਜਿਹੜਾ ਜੀ ਚਲਾ ਗਿਆ ਉਹਨਾਂ ਦੇ ਕੱਪੜਿਆਂ ਦੀ ਸੇਵਾ, ਜਾਂ ਜਿਹੜੇ ਘਰਾਂ ਦੇ ਵਿੱਚ ਹੋਰ ਫਾਲਤੂ ਕੱਪੜੇ ਪਏ ਨੇ ਉਹਨਾਂ ਨੇ ਸਾਨੂੰ ਕੱਪੜੇ ਦੇਣੇ ਸ਼ੁਰੂ ਕੀਤੇ। ਅਸੀਂ ਗੁਰਦੁਆਰਾ ਸਾਹਿਬ 'ਚ ਕੱਪੜੇ ਰੱਖ ਦਿੱਤੇ ਕਿ ਜਿਹਨੂੰ ਜਿੰਨੇ ਕੱਪੜਿਆਂ ਦੀ ਜ਼ਰੂਰਤ ਹੈ ਉਹ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਨੇ ਕੱਪੜੇ ਲੈ ਕੇ ਜਾ ਸਕਦਾ ਹੈ। ਲੇਕਿਨ ਉਹ ਦੇਖਣ 'ਚ ਆਇਆ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸੀਗੇ ਜਿਹੜੇ ਕਿ ਉੱਥੇ ਫ੍ਰੀ ਦਾ ਕੱਪੜਾ ਨਹੀਂ ਸੀ ਲੈਣਾ ਚਾਹੁੰਦੇ ਔਰ ਕੁਝ ਇਸ ਤਰ੍ਹਾਂ ਦੇ ਆਏ ਕਿ ਜੋ 2 ਕੱਪੜਿਆਂ ਦੀ ਲੋੜ ਸੀ ਤਾਂ 20 ਕੱਪੜੇ ਲੈ ਕੇ ਜਾ ਰਹੇ ਸੀਗੇ।
ਫਿਰ ਇਸ ਕਰਕੇ ਅਸੀਂ ਇਹਦੀ ਇੱਕ ਭੇਟਾ ਸਿਰਫ 11 ਰੁਪਏ, ਤਾਂ ਕਿ ਜਿਹੜੇ ਫ੍ਰੀ ਲੈ ਕੇ ਜਾਣਾ ਉਹਨੂੰ ਇਹ ਨਾ ਲੱਗੇ ਕਿ ਮੈਂ ਬੇਇੱਜ਼ਤੀ ਮਹਿਸੂਸ ਨਾ ਹੋਵੇ ਕਿ ਮੈਂ ਫ੍ਰੀ ਕੱਪੜਾ ਲੈ ਕੇ ਆਇਆ, ਅਤੇ ਜਿਹਨੇ ਖਰੀਦ ਕੇ ਲੈ ਕੇ ਜਾਣਾ ਉਹਨੂੰ ਇਹ ਨਾ ਲੱਗੇ ਕਿ ਮੇਰੀ ਪੋਕਟ ਦੇ ਵਿੱਚੋਂ ਬਹੁਤ ਜ਼ਿਆਦਾ ਪੈਸੇ ਨਿਕਲ ਗਏ। ਤੁਸੀਂ 11 ਰੁਪਏ ਪ੍ਰਾਈਸ ਕਿਉਂ ਰੱਖਿਆ ਜੇ ਗੱਲ ਕੀਤੀ? 11 ਰੁਪਏ ਦੇਖੋ, ਇੱਕ ਸ਼ਗਨਾਂ ਦੀ ਆਪਾਂ ਪੁਰਾਤਨ ਪਿੱਛੇ ਚਲੇ ਜਾਈਏ ਤੇ ਪੁਰਾਣਾ ਟਾਈਮ ਦੇ ਵਿੱਚ ਇਹ ਸ਼ਗਨ ਦੀ ਅਮਾਊਂਟ ਹੁੰਦੀ ਸੀ। ਕਿਸੇ ਲੜਕੀ ਦਾ ਰੋਕਾ ਕੀਤਾ ਜਾਂਦਾ ਸੀ ਜਾਂ ਕੋਈ ਸ਼ਗਨ ਦਾ ਕੁਝ ਕੀਤਾ ਜਾਂਦਾ ਸੀ ਤੇ ਉੱਥੇ 11 ਰੁਪਏ ਦੇ ਕੇ ਕੀਤਾ ਜਾਂਦਾ ਸੀ। ਅਸੀਂ ਉਸ ਆਪਣੀ ਪੁਰਾਣੀ ਸੱਭਿਆਚਾਰਤਾ ਨੂੰ ਨਾਲ ਲੈ ਕੇ ਇੱਕ 11 ਰੁਪਏ ਭੇਟਾ ਸਾਰੇ ਮੈਂਬਰਾਂ ਦੇ ਵਿੱਚ ਬੈਠ ਕੇ ਡਿਸੀਜਨ ਲੈ ਕੇ ਇਹਨੂੰ ਸ਼ੁਰੂ ਕੀਤਾ। ਮੈਂ ਪਿੱਛੇ ਦੇਖ ਰਿਹਾ ਰਾਸ਼ਨ ਦਾ ਸਮਾਨ ਵੀ, ਇਹ ਵੀ 11 ਰੁਪਏ ਦੇ ਵਿੱਚ ਕਿਸ ਤਰ੍ਹਾਂ? ਨਹੀਂ, ਇਹ 1111 ਰੁਪਏ 'ਚ ਹੈ ਜੀ। ਮੈਂ ਦੱਸਣਾ ਚਾਹੁੰਦਾ ਕਿ ਆਖਰੀ ਉਮੀਦ ਸੰਸਥਾ ਵੱਲੋਂ ਇੱਕ ਰਾਸ਼ਨ ਦੀ ਸਕੀਮ ਸ਼ੁਰੂ ਕੀਤੀ ਗਈ ਹੈ, ਜਿਹੜੀਆਂ ਕਿ ਵਿਡੋ ਲੇਡੀਜ਼ ਹੈ ਜਾਂ ਜ਼ਰੂਰਤਮੰਦ ਪਰਿਵਾਰ ਨੇ ਜਿਹੜੇ ਕਿ ਆਰਥਿਕ ਤੰਗੀ ਦੇ ਵਿੱਚ ਨੇ, ਉਹਨਾਂ ਦੇ ਵਾਸਤੇ ਇਹ 1111 ਰੁਪਏ ਇੱਕ ਵਾਰ ਦੇਣ 'ਤੇ ਹਰ ਮਹੀਨੇ ਉਹਨਾਂ ਨੂੰ 500 ਰੁਪਏ ਦਾ ਰਾਸ਼ਨ 1 ਸਾਲ ਤੱਕ ਬਿਲਕੁਲ ਫ੍ਰੀ ਦਿੱਤਾ ਜਾਂਦਾ ਆ। ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਕਿ 1111 ਰੁਪਏ ਦੇ ਵਿੱਚ ਰਾਸ਼ਨ ਦਿੱਤਾ ਜਾਂਦਾ, ਕਈ ਅਜਿਹੇ ਵੀ ਲੋਕ ਨੇ ਬਿਲਕੁਲ ਹੀ ਨਹੀਂ ਪੈਸੇ ਦੇ ਸਕਦੇ, ਉਹਨਾਂ ਵਾਸਤੇ ਫਿਰ ਕਿਸ ਤਰ੍ਹਾਂ ਤੁਸੀਂ ਕਰਦੇ? ਉਹਨਾਂ ਨੂੰ ਰਾਸ਼ਨ ਬਿਲਕੁਲ ਫ੍ਰੀ ਦਿੱਤਾ ਜਾਏਗਾ, ਔਰ ਜਿਹੜੇ ਪਰਿਵਾਰ ਬਿਲਕੁਲ ਸਮਰੱਥ ਨਹੀਂ ਹੈ ਉਹਨਾਂ ਦੇ ਕੋਲੋਂ 1111 ਰੁਪਏ ਵੀ ਨਹੀਂ ਲਏ ਜਾਣਗੇ, ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਇਹ ਰਾਸ਼ਨ ਪ੍ਰੋਵਾਈਡ ਕੀਤਾ ਜਾਏਗਾ। ਹੋਰ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ 11 ਰੁਪਏ ਦੇ ਵਿੱਚ ਮੈਂ ਚਾਹਾਂਗਾ, ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਕਿ ਜੈਂਟਸ ਕੱਪੜੇ ਨੇ ਸਾਡੇ ਕੋਲ, ਕਿਸੇ ਤਰੀਕੇ ਦੇ ਕੋਈ ਜੈਂਟਸ ਕੱਪੜੇ ਹੋ ਗਏ, ਬੱਚਿਆਂ ਦੇ ਕੱਪੜੇ ਹੋ ਗਏ, ਬੱਚਿਆਂ ਦੇ ਸ਼ੂਜ਼ ਹੋ ਗਏ, ਉਹਦੇ ਨਾਲ ਲੇਡੀਜ਼ ਦੀ ਗੱਲ ਕੀਤੀ ਜਾਵੇ, ਲੇਡੀਜ਼ ਪੋਰਸ਼ਨ ਦੇ ਵਿੱਚ ਲੇਡੀਜ਼ ਦੇ ਕੱਪੜੇ ਲੱਗੇ ਹੋਏ ਆ। ਕੋਈ ਵੀ ਕੱਪੜਾ ਤੁਸੀਂ ਇੱਥੋਂ ਕੋਈ ਵੀ ਆਪਣੀ ਲੋੜਵੰਦ ਜਿਹੜਾ ਵੀ ਜ਼ਰੂਰਤਮੰਦ ਆ ਇੱਥੋਂ ਲੈ ਕੇ ਜਾ ਸਕਦਾ ਹੈ, ਆਪਣੇ ਸਾਈਜ਼ ਦੇ ਮੁਤਾਬਕ ਔਰ ਆਪਣੀ ਪਸੰਦ ਦੇ ਮੁਤਾਬਕ ਉਹ ਇੱਥੋਂ ਪਸੰਦ ਕਰਕੇ ਲੈ ਕੇ ਜਾ ਸਕਦੇ ਨੇ। ਇਹਦੀ ਭੇਟਾ ਸਿਰਫ 11 ਰੁਪਏ ਹੈ। ਪਿੱਛੇ ਮੈਂ ਦੇਖ ਰਿਹਾ ਵੀਲ ਚੇਅਰ ਵੀ ਪਈ ਹੋਈ ਹੈ, ਵੀ 11 ਰੁਪਏ ਦੇ ਵਿੱਚ ਹੈ ਜੀ? ਇਹ ਬਿਲਕੁਲ, ਇਹ 11 ਰੁਪਏ 'ਚ ਨਹੀਂ, ਇਹ ਬਿਲਕੁਲ ਫ੍ਰੀ ਹੈ ਜੀ। ਇਹ ਲੇਕਿਨ ਉਹਨਾਂ ਪਰਿਵਾਰਾਂ ਵਾਸਤੇ ਹੈ ਜਿਨ੍ਹਾਂ ਪਰਿਵਾਰਾਂ ਨੂੰ ਇਹਦੀ ਜ਼ਰੂਰਤ ਹੈ, ਔਰ ਬੇਨਤੀ ਕਰਾਂਗੇ ਕਿ ਜਿਨ੍ਹਾਂ ਪਰਿਵਾਰਾਂ ਨੂੰ ਇਹਦੀ ਜ਼ਰੂਰਤ ਹੈ ਉਹ ਇੱਥੋਂ ਲੈ ਜਾਣ, ਲੈ ਕੇ ਯੂਜ਼ ਕਰਕੇ ਜਦੋਂ ਉਹਨਾਂ ਦੀ ਵਰਤੋਂ ਖਤਮ ਹੋ ਜਾਏ ਤਾਂ ਉਹ ਅਗਲੇ ਕਿਸੇ ਹੋਰ ਦੀ ਵਰਤੋਂ ਵਾਸਤੇ, ਕਿਸੇ ਦੀ ਹੋਰ ਦੀ ਸੇਵਾ ਕੀਤੀ ਜਾ ਸਕੇ, ਉਹ ਵਾਪਸ ਦੇ ਜਾਂਦੇ ਨੇ। ਪਿੱਛੇ ਬੂਟ ਵੀ ਪਏ ਹੋਏ ਨੇ, ਇਹ ਵੀ 11 ਰੁਪਏ ਦੇ? ਇਹ ਸ਼ੂਜ਼ 11 ਰੁਪਏ ਜੀ, ਇਹ ਜੈਂਟਸ ਸ਼ੂਜ਼, ਲੇਡੀ ਸ਼ੂਜ਼, ਔਰ ਉਹਦੇ ਨਾਲ ਕਿਸੇ ਤਰੀਕੇ ਦੀ ਕੋਈ ਚੱਪਲ ਕੁਝ ਵੀ ਇਹਦੇ ਸਾਡੇ ਕੋਲ ਪਿਆ ਤੇ ਉਹ 11 ਰੁਪਏ 'ਚ ਮੁਹੱਈਆ ਕਰਾਇਆ ਜਾਂਦਾ। ਹੋਰ ਕੀ ਨੇ ਤੁਹਾਡੇ ਕੋਲ 11 ਰੁਪਏ ਦੇ ਵਿੱਚ? ਮੈਂ ਦੱਸਣਾ ਚਾਹਾਂਗਾ, ਇਹ ਸਾਡੇ ਕੋਲ ਫੋਗਿੰਗ ਵਾਲੀ ਮਸ਼ੀਨ ਹੈ, ਔਰ ਇਹ ਪਿਛਲੇ ਸਾਲ ਅਸੀਂ ਲਾਂਚ ਕੀਤੀ ਸੀਗੀ। ਔਰ ਜਲੰਧਰ ਸ਼ਹਿਰ ਦੇ ਵਿੱਚ ਡੇਂਗੂ ਦੇ ਵੱਧਦੇ ਹੋਏ, ਡੇਂਗੂ ਦਾ ਪ੍ਰਕੋਪ ਵਧਿਆ, ਡੇਂਗੂ ਨੂੰ ਠੱਲ ਪਾਉਣ ਵਾਸਤੇ ਅਸੀਂ ਇਸ ਫੋਗਿੰਗ ਦੀ ਸੇਵਾ ਨਿਰੰਤਰ ਪਿਛਲੇ 1 ਮਹੀਨੇ ਤੋਂ ਸਿਵਲ ਹਸਪਤਾਲ ਦੇ ਕਰਮਚਾਰੀਆਂ ਦੇ ਨਾਲ ਮਿਲ ਕੇ ਵੱਖ-ਵੱਖ ਏਰੀਆ ਦੇ ਵਿੱਚ, ਸਲਮਸ ਏਰੀਆ ਦੇ ਵਿੱਚ ਡੇਂਗੂ ਦੀ ਸੇਵਾ ਨਿਭਾਈ ਜਾਂਦੀ ਹੈ ਆਖਰੀ ਉਮੀਦ NGO ਵੱਲੋਂ। ਮੈਂ ਉੱਧਰਲੀ ਸਾਈਡ ਦੇਖ ਰਿਹਾ ਕਾਫੀ ਬੱਚਿਆਂ ਦੇ ਵੀ ਕੱਪੜੇ ਬਹੁਤ ਸੋਹਣੇ ਨੇ, ਇਹ ਵੀ 11 ਰੁਪਏ ਦੇ ਵਿੱਚ ਨੇ? ਬਿਲਕੁਲ ਜੀ, ਬਿਲਕੁਲ 11 ਰੁਪਈਆਂ ਦੇ ਵਿੱਚ ਬੱਚਿਆਂ ਦੇ ਕੱਪੜੇ, ਜੈਂਟਸ ਕੱਪੜੇ, ਔਰ ਉਸ ਤੋਂ ਅੱਗੇ ਮੈਂ ਦਿਖਾਉਣਾ ਚਾਹੂੰਗਾ ਕਿ ਬਰਤਨ ਪਏ ਨੇ। ਇਹ ਬਰਤਨਾਂ ਦੇ ਵਿੱਚ ਵੀ, ਚਾਹੇ ਸਾਡੇ ਕੋਲ ਕੋਈ ਵੀ ਬਰਤਨ ਹੈ, ਕੋਈ ਪ੍ਰੈਸ਼ਰ ਕੁੱਕਰ ਹੈ, ਕੋਈ ਕੜਾਈ ਹੈ, ਕੋਈ ਕੋਲੀਆਂ ਗਿਲਾਸ, ਜੋ ਵੀ ਪਿਆ, ਇਹ ਸਾਰਾ ਕੁਝ 11 ਰੁਪਏ ਦੇ ਵਿੱਚ ਮੁਹੱਈਆ ਕਰਾਇਆ ਜਾਂਦਾ ਜੀ। ਮੈਂ ਪਿੱਛੇ ਦੇਖ ਰਿਹਾ ਬੋਰੀਆਂ ਦੇ ਵਿੱਚ ਵੀ ਸਮਾਨ ਤੁਸੀਂ ਕਾਫੀ ਰੱਖਿਆ ਪਿਆ। ਇਹ ਜਿਹੜੇ ਬੋਰੀਆਂ ਦੇ ਵਿੱਚ ਸਮਾਨ ਹੈ ਜੀ, ਇਹ ਸਰਦੀਆਂ ਦਾ ਸਮਾਨ ਹੈ। ਜਿਸ ਤਰ੍ਹਾਂ ਗਰਮੀ ਨਿਕਲ ਜਾਏਗੀ ਤੇ ਗਰਮੀ ਤੋਂ ਬਾਅਦ ਸਰਦੀ ਆਣੀ ਹੈ, ਔਰ ਇਹ ਸਾਰਾ ਸਮਾਨ ਸਰਦੀ ਦਾ ਜਿਹੜਾ ਆ ਉਹ ਇੱਥੇ ਮੁਹੱਈਆ ਕਰਾਇਆ ਜਾਏਗਾ। ਇੱਕ ਤੁਸੀਂ ਖਾਣੇ ਦੀ ਵੀ ਗੱਲ ਕੀਤੀ, ਡੇਲੀ 11 ਰੁਪਏ ਦੇ ਵਿੱਚ ਖਾਣਾ ਵੀ ਖਵਾਉਂਦੇ ਹੋ? ਬਿਲਕੁਲ ਵੀਰ ਜੀ, 11 ਰੁਪਏ ਦੇ ਵਿੱਚ ਰੋਟੀ, ਕੱਪੜਾ, ਦਵਾਈ ਅਤੇ ਐਂਬੂਲੈਂਸ ਸੇਵਾ। ਮੈਂ ਦੱਸਣਾ ਚਾਹੂੰਗਾ ਕਿ ਕੱਪੜੇ ਬਾਰੇ ਤੁਹਾਨੂੰ ਦੱਸ ਦਿੱਤਾ ਹੈ। ਰੋਜ਼ ਇੱਥੇ ਦੁਪਹਿਰ ਨੂੰ ਲੰਗਰ ਬਣਦਾ ਹੈ, ਖਾਣਾ ਬਣਦਾ ਹੈ, ਔਰ ਉਹ 11 ਰੁਪਈਆਂ ਦੇ ਵਿੱਚ ਲੋੜਵੰਦਾਂ ਨੂੰ ਮੁਹੱਈਆ ਕਰਾਇਆ ਜਾਂਦਾ ਹੈ। ਕੋਈ ਵੀ ਜਿਹੜਾ ਲੋੜਵੰਦ ਆ ਉਹ ਇੱਥੇ ਆ ਕੇ ਖਾਣਾ ਖਾ ਸਕਦਾ ਹੈ ਸਿਰਫ 11 ਰੁਪਏ 'ਚ। ਤੇ ਕਿਸ ਤਰ੍ਹਾਂ ਇੱਕ ਟਾਈਮ ਹੀ ਖਾਣਾ ਦਿੰਦੇ ਹੋ ਜਾਂ 3 ਟਾਈਮ? ਸਿਰਫ 1 ਵਜੇ ਤੋਂ ਲੈ ਕੇ 3 ਵਜੇ ਤੱਕ ਰੋਜ਼ ਦੁਪਹਿਰ ਨੂੰ ਇੱਥੇ ਖਾਣਾ ਬਣਦਾ। 1 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਮੁਹੱਈਆ ਕਰਾਇਆ ਜਾਂਦਾ। ਔਰ ਉਹਦੇ ਨਾਲ ਅਸੀਂ ਦੱਸਣਾ ਚਾਹਾਂਗੇ ਕਿ ਐਂਬੂਲੈਂਸ ਸੇਵਾ ਸਾਡੀ NGO ਵੱਲੋਂ ਚਲਾਈ ਜਾ ਰਹੀ ਹੈ, ਜਿਹੜੀ ਕਿ ਕੋਵਿਡ ਟਾਈਮ ਦੇ ਉੱਤੇ ਤੋਂ ਸ਼ੁਰੂ ਕੀਤੀ ਹੋਈ ਹੈ। ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸਿਰਫ ਉਹਦੀ ਭੇਟਾ 11 ਰੁਪਏ ਹੈ। 11 ਰੁਪਈਆਂ ਦੇ ਵਿੱਚ ਸਿਰਫ ਲੋੜਵੰਦਾਂ ਵਾਸਤੇ ਮੈਂ ਇੱਥੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੂੰਗਾ ਔਰ ਅਪੀਲ ਕਰਨੀ ਚਾਹਾਂਗਾ, ਜਿਹੜੇ ਪਰਿਵਾਰ ਸਮਰੱਥ ਨੇ, ਜਿਹੜੇ ਪੈਸੇ ਖਰਚ ਕਰ ਸਕਦੇ ਨੇ, ਉਹ ਸਿਰਫ 11 ਰੁਪਏ ਨਹੀਂ, ਉਹ ਕਿਸੇ ਹੋਰ ਐਂਬੂਲੈਂਸ ਨੂੰ ਸੇਵਾ ਵਾਸਤੇ ਬੁਲਾ ਸਕਦੇ ਨੇ। ਇੱਥੇ ਇਹ ਲੋੜਵੰਦਾਂ ਵਾਸਤੇ ਐਂਬੂਲੈਂਸ ਆ। ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਵਾਸਤੇ, ਚਾਹੇ ਉਹ ਪੇਸ਼ੈਂਟ ਹੈ, ਚਾਹੇ ਉਹ ਡੈੱਡ ਬੋਡੀ ਹੈ, ਚਾਹੇ ਉਹ ਸੇਮ ਸਿਟੀ ਹੈ, ਚਾਹੇ ਅਦਰ ਸਿਟੀ ਹੈ, ਉਹਦੀ ਭੇਟਾ ਸਿਰਫ 11 ਰੁਪਏ 'ਚ ਮੁਹੱਈਆ ਕਰਾਈ ਦੇ ਵਿੱਚ ਖਾਣਾ ਖਾ ਸਕਦਾ ਬੰਦਾ ਇੱਥੇ, ਜਿਸ ਤਰ੍ਹਾਂ ਤੁਸੀਂ ਦੱਸਿਆ। ਫਿਰ ਕਿੱਦਾਂ ਪੇਟ ਭਰ ਕੇ ਦੁਬਾਰਾ ਵੀ ਖਾ ਸਕਦਾ? ਬਿਲਕੁਲ ਜੀ, ਬਿਲਕੁਲ। ਜਦੋਂ ਤੱਕ ਉਹਦੀ ਭੁੱਖ ਨਹੀਂ ਹਟਦੀ, ਉਹ ਇੱਥੋਂ 2 ਵਾਰੀ ਖਾਵੇ, 3 ਵਾਰੀ ਖਾਵੇ, 11 ਰੁਪਏ ਦਾਂਗੇ। ਮੈਂ ਸਾਬਣ ਵੀ ਦੇਖ ਰਿਹਾ, ਇਹ ਵੀ 11 ਰੁਪਏ ਦੇ ਵਿੱਚ? ਇਹ ਰਾਸ਼ਨ ਦੇ ਵਿੱਚ ਹੈ ਜੀ, ਰਾਸ਼ਨ ਦੀ ਸੇਵਾ ਹੈ ਸਾਰੀ।
ਔਰ ਇਹ ਸਾਬਣ 11 ਰੁਪਈਆਂ ਦੇ ਵਿੱਚ ਨਹੀਂ, ਇਹਨਾਂ ਦੇ ਅਲੱਗ-ਅਲੱਗ ਮਾਰਕੀਟ ਦੇ ਹਿਸਾਬ ਨਾਲ ਪ੍ਰਾਈਸ ਨੇ। ਲੇਕਿਨ ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਕਿ ਇਹ ਕਮਾਈ ਨਹੀਂ, ਸਿਰਫ ਸੇਵਾ ਹੈ। ਕਿਉਂਕਿ ਅਸੀਂ ਸੋਚਦੇ ਕਿ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ ਤੇ ਮਨੁੱਖਤਾ ਦੀ ਸੇਵਾ ਸਾਡਾ ਧਰਮ ਹੈ। ਮੈਂ ਆਪਣੇ ਰਾਸ਼ਨ ਦੀ ਅਗਰ ਗੱਲ ਕਰਾਂ, ਕੋਈ ਸਾਡੇ ਕੋਲੋਂ ਜਿਹੜੇ ਪਰਿਵਾਰ ਲੈ ਕੇ ਜਾਂਦੇ ਨੇ, ਉਹ ਜੋ ਰੇਟ ਹੈ ਉਹ ਰੇਟ ਟੂ ਰੇਟ ਉਹਨਾਂ ਨੂੰ ਇੱਥੇ ਰਾਸ਼ਨ ਪ੍ਰੋਵਾਈਡ ਕੀਤਾ ਜਾਂਦਾ। ਕੋਈ 1 ਰੁਪਈਏ ਦੀ ਵੀ ਉਹਨਾਂ ਦੇ ਕੋਲੋਂ ਕੋਈ ਕਮਾਈ ਨਹੀਂ ਕੀਤੀ ਜਾਂਦੀ। ਕਿੰਨੇ ਕੁ ਲੋਕ ਆ ਜਾਂਦੇ ਨੇ ਰੋਜ਼ ਖਾਣਾ ਖਾਣ ਵਾਸਤੇ? ਨੀਅਰ ਅਬਾਊਟ 60 to 70 ਪੀਪਲਸ ਆ ਜਿਹੜੇ ਡੇਲੀ ਇੱਥੋਂ ਖਾਣਾ ਖਾ ਕੇ ਜਾਂਦੇ ਆ। ਔਰ ਵਿਜ਼ਟਰ ਦੀ ਗੱਲ ਕੀਤੀ ਜਾਵੇ ਤੇ 100 ਤੋਂ 125 ਤੋਂ 150 ਬੰਦਾ ਜਿਹੜਾ ਰੋਜ਼ ਆ ਉਹ ਇੱਥੇ ਵਿਜ਼ਿਟ ਕਰਕੇ ਜਾਂਦਾ। ਕਿੰਨੇ ਕੁ ਲੋਕ ਤੁਹਾਡੇ ਐਨਜੀਓ ਦੇ ਵਿੱਚ ਸੇਵਾ ਕਰਦੇ ਪਏ ਨੇ? ਸੇਵਾ ਦੇਖੋ, ਮੈਂ ਗੁਰਪ੍ਰੀਤ ਜੀ ਦੀ ਗੱਲ ਕਰਦਾ ਤੇ ਤਹਿ ਦਿਲੋਂ ਧੰਨਵਾਦ ਕਿ ਇਹ ਦਿਨ ਰਾਤ ਸਾਡੇ ਨਾਲ ਸੇਵਾ ਕਰ ਰਹੇ ਨੇ। ਸੁਰਿੰਦਰ ਜੀ ਬੈਠੇ ਨੇ ਪਿੱਛੇ, ਪ੍ਰਕਾਸ਼ ਕੌਰ ਮੈਡਮ ਬੈਠੇ ਨੇ, ਜਾਂ ਹੋਰ ਸਾਡਾ ਲੜਕਾ ਰਾਹੁਲ ਹੈ, ਪੂਜਾ ਮੈਡਮ ਨੇ, ਜਿਹੜੇ ਕਿ ਇੱਥੇ ਸਟਾਫ ਵੀ ਨੇ ਔਰ ਲੰਬੇ ਸਮੇਂ ਤੋਂ ਇਸ ਐਨਜੀਓ ਨਾਲ ਸੇਵਾ ਵੀ ਕਰ ਰਹੇ ਨੇ। ਔਰ ਗੱਲ ਕੀਤੀ ਜਾਵੇ ਤਾਂ ਇਸ ਐਨਜੀਓ ਦੇ ਮੈਂਬਰਾਂ ਦੀ ਤੇ 60 ਤੋਂ 70 ਪ੍ਰਾਣੀ ਇਸ ਟਾਈਮ ਸਾਡੇ ਨਾਲ ਜੁੜੇ ਹੋਏ ਨੇ, ਉਹ ਸਾਡੀ ਐਨਜੀਓ ਦੇ ਇਸ ਟਾਈਮ ਮੈਂਬਰ ਨੇ। ਕਿਸ ਤਰ੍ਹਾਂ ਬਾਹਰੋਂ ਵੀ ਤੁਹਾਡੇ ਨਾਲ ਲੋਕ ਜੁੜੇ ਹੋਏ ਨੇ ਜਾਂ ਇਕੱਲੇ ਪੰਜਾਬ ਦੇ? ਨਹੀਂ, ਪੰਜਾਬ ਤੋਂ ਬਾਹਰ ਵੀ, ਲੁਧਿਆਣਾ ਵੀ, ਜਾਂ ਹੋਰ ਸਟੇਟਾਂ ਦੀ ਗੱਲ ਕੀਤੀ ਜਾਵੇ ਜਾਂ ਹੋਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ, ਮੀਡੀਆ ਦੇ ਥਰੂ ਜਿੱਦਾਂ ਲੋਕਾਂ ਤੱਕ ਉਹ ਪਹੁੰਚ ਰਿਹਾ, ਲੋਕਾਂ ਨੂੰ ਪਤਾ ਲੱਗ ਰਿਹਾ ਤੇ ਉਹ ਸਾਡੇ ਨਾਲ ਜੁੜ ਰਹੇ ਆ ਜੀ। ਆਖਰੀ ਉਮੀਦ ਹੀ ਕਿਉਂ ਨਾਮ ਤੁਸੀਂ ਚੁਣਿਆ? ਕੀ ਸੋਚ ਕੇ ਤੁਸੀਂ ਇਹ ਨਾਮ? ਦੇਖੋ, ਜਦੋਂ ਬੰਦੇ ਦੀਆਂ ਸਾਰੀਆਂ ਉਮੀਦਾਂ ਟੁੱਟ ਜਾਂਦੀਆਂ ਜਾਂ ਜਿੰਦੀ ਕੋਈ ਭਰਾ ਭੈਣ ਜਾਂ ਕੋਈ ਰਿਸ਼ਤੇਦਾਰ ਬਾਂਹ ਨਹੀਂ ਫੜਦਾ ਤਾਂ ਉਹਦੀ ਆਖਰੀ ਉਮੀਦ ਬਚਦੀ ਹੈ ਰੱਬ। ਔਰ ਪਰਮਾਤਮਾ ਰੱਬ, ਉਹਨੂੰ ਅਕਾਲ ਪੁਰਖ ਨੂੰ ਅਸੀਂ ਬੜੇ ਨਾਵਾਂ ਤੋਂ ਯਾਦ ਕਰਦੇ ਹਾਂ। ਔਰ ਅਸੀਂ ਇਹ ਸੋਚ ਕੇ ਚੱਲੇ ਸੀ ਕਿ ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾਈ, ਕਿ ਸਾਡੇ ਵਾਸਤੇ ਧਰਮ ਬਾਅਦ ਦੀ ਗੱਲ ਹੈ, ਸਾਡੇ ਵਾਸਤੇ ਸਭ ਤੋਂ ਪਹਿਲੇ ਮਨੁੱਖਤਾ ਦੀ ਸੇਵਾ ਆ। ਔਰ ਉਹਦੇ ਵਿੱਚ ਅਸੀਂ ਲੋਕ ਧਰਮ ਨੂੰ ਪਿੱਛੇ ਛੱਡ ਕੇ ਕਿ ਕੋਈ ਕੱਲ ਨੂੰ ਇਹ ਨਾ ਕਵੇ ਕਿ ਇਹ ਸਰਦਾਰ ਚਲਾ ਰਹੇ ਨੇ, ਇਹ ਹਿੰਦੂ ਧਰਮ ਵਾਲੇ ਚਲਾ ਰਹੇ ਨੇ, ਇਹਨੂੰ ਧਾਰਮਿਕ ਨਹੀਂ ਸੀ ਅਸੀਂ ਦੇਣਾ ਚਾਹੁੰਦੇ। ਇਸ ਕਰਕੇ ਅਸੀਂ ਇਹਦਾ ਨਾਂ ਆਖਰੀ ਉਮੀਦ ਰੱਖਿਆ ਜੀ। ਜਿਸ ਤਰ੍ਹਾਂ ਮੈਂ ਪਿੱਛੇ ਆ ਵੀ ਦੇਖ ਰਿਹਾ, ਤੁਸੀਂ ਰੋਜ਼ 11 ਰੁਪਏ ਦੇ ਵਿੱਚ ਖਾਣਾ ਖਵਾਉਂਦੇ ਹੋ, ਡੇ ਬਾਈ ਡੇ ਚੇਂਜ ਕਰਦੇ ਹੋ ਖਾਣਾ? ਬਿਲਕੁਲ। ਇਹਦੇ ਵਿੱਚ ਜਿੱਦਾਂ ਤੁਸੀਂ ਦਰਸ਼ਕਾਂ ਨੂੰ ਇਹ ਵੀ ਦੱਸੋ ਕਿਹੜੇ ਦਿਨ ਕਿਹੜਾ ਖਾਣਾ? ਮੈਂ ਤੁਹਾਨੂੰ ਦੱਸ ਰਿਹਾ ਕਿ ਜਿੱਦਾਂ ਮੰਡੇ ਲਿਖਿਆ ਜੀ, ਦਾਲ ਪਲੱਸ 4 ਚਪਾਤੀ, ਅਚਾਰ, ਸਲਾਦ ਅਤੇ ਸਵੀਟ, ਠੀਕ ਹੈ ਜੀ। ਟਿਊਜ਼ਡੇ ਦੀ ਗੱਲ ਕੀਤੀ ਜਾਵੇ, ਵਾਈਟ ਚਨਾ, 4 ਚਪਾਤੀ, ਅਚਾਰ। ਵੈਡਨਸਡੇ ਆਲੂ ਨਿਊਟਰੀ 4 ਚਪਾਤੀ। ਥਰਸਡੇ ਮਾਂ ਰਾਜਮਾਂ ਦੀ ਦਾਲ, ਮਿਕਸ ਵੈਜ। ਔਰ ਇਹ ਸੀਜ਼ਨਲ, ਕਿਸੇ ਵੇਲੇ ਕੋਈ ਇਸ ਤਰ੍ਹਾਂ ਦੀ ਕੋਈ ਸਬਜ਼ੀ ਸਾਡੇ ਕੋਲ ਨਹੀਂ ਪ੍ਰੋਵਾਈਡ ਹੁੰਦੀ ਤੇ ਇਹ ਚੇਂਜ ਵੀ ਕੀਤਾ ਜਾਂਦਾ ਮੈਨੂ, ਲੇਕਿਨ ਹੈਲਥੀ ਫੂਡ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ। ਲਾਸਟ ਦੇ ਵਿੱਚ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਔਰ ਅਪੀਲ ਕਰਦੇ ਹਾਂ ਕਿ ਇਹ ਆਖਰੀ ਉਮੀਦ ਤੁਹਾਡੇ ਸਾਰਿਆਂ ਦੇ ਸਾਥ ਅਤੇ ਸਹਿਯੋਗ ਨਾਲ ਚਲਾ ਰਹੇ ਹਾਂ। ਔਰ ਤੁਹਾਡੇ ਘਰਾਂ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਪੁਰਾਣਾ ਪਿਆ ਸਮਾਨ ਜਿਹੜਾ ਤੁਹਾਡੀ ਵਰਤੋਂ ਵਿੱਚ ਨਹੀਂ ਹੈ, ਉਹ ਕਿਸੇ ਦੇ ਘਰ ਦੀ ਸ਼ਾਨ ਬਣ ਸਕਦਾ ਹੈ। ਉਹ ਪੁਰਾਣਾ ਸਮਾਨ ਤੁਹਾਡੇ ਵਾਸਤੇ ਪੁਰਾਣਾ ਹੈ, ਲੇਕਿਨ ਜਿਹੜੇ ਖਰੀਦ ਨਹੀਂ ਸਕਦੇ ਉਹਨਾਂ ਵਾਸਤੇ ਉਹ ਸਮਾਨ ਨਵਾਂ ਆ। ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ। 9115560161, 162, 163, 164 ਅਤੇ 165। ਇਹ 5 ਨੰਬਰ ਸਾਡੀ NGO ਦੇ ਚੱਲ ਰਹੇ ਆ। ਤੁਹਾਡੇ ਘਰਾਂ 'ਚ ਅਗਰ ਕਿਸੇ ਤਰੀਕੇ ਦਾ ਵੀ ਕੋਈ ਇਸ ਤਰ੍ਹਾਂ ਦਾ ਪੁਰਾਣਾ ਸਮਾਨ ਪਿਆ ਜਿਹੜਾ ਤੁਹਾਡੀ ਵਰਤੋਂ ਵਿੱਚ ਨਹੀਂ, ਤੁਸੀਂ ਸਿਰਫ ਕਾਲ ਕਰਨੀ ਹੈ। ਤੁਹਾਡੇ ਘਰੋਂ ਸਮਾਨ ਲੈ ਕੇ ਆਉਣ ਦੀ ਸੇਵਾ ਇਸ ਸੰਸਥਾ ਵੱਲੋਂ ਬਿਲਕੁਲ ਫ੍ਰੀ ਅਤੇ ਨਿਸ਼ਕਾਮ ਨਿਭਾਈ ਜਾਂਦੀ ਹੈ। ਕਿਸੇ ਹੋਰ ਤਰੀਕੇ ਦੀ ਸੇਵਾ ਦੇਣ ਅਤੇ ਲੈਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਔਰ ਮੈਂ ਉੱਥੇ ਜਿੱਥੇ ਇਹ ਸਾਰੀਆਂ ਸੇਵਾਵਾਂ ਵਾਸਤੇ ਬੇਨਤੀ ਕਰ ਰਿਹਾ, ਉੱਥੇ ਮੈਂ ਹੱਥ ਜੋੜ ਕੇ ਇੱਕ ਇਹ ਵੀ ਅਪੀਲ ਕਰਾਂਗਾ ਔਰ ਬੇਨਤੀ ਕਰਾਂਗਾ ਆਪਣੇ ਯੰਗਸਟਰ ਨੂੰ ਕਿ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਕਰੀਏ। ਤੁਸੀਂ ਸਾਡੇ ਨਾਲ ਜੁੜੋ। ਆਖਰੀ ਉਮੀਦ NGO ਦੇ ਨਾਲ ਜੁੜ ਕੇ ਅਸੀਂ ਰਲ ਕੇ ਇਸ ਸੇਵਾ ਨੂੰ ਵਧਾ ਸਕੀਏ। ਤੁਹਾਡੇ ਗਲੀ ਮੁਹੱਲੇ ਦੇ ਵਿੱਚ ਅਗਰ ਕਿਸੇ ਤਰੀਕੇ ਦਾ ਕੋਈ ਪੇਸ਼ੈਂਟ, ਕੋਈ ਮਰੀਜ਼, ਕੋਈ ਇਸ ਤਰ੍ਹਾਂ ਦੀ ਕੋਈ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਉਸ ਦੀ ਸੇਵਾ ਤੁਹਾਡੇ ਨਾਲ ਮਿਲ ਕੇ ਜ਼ਰੂਰ ਜਲਦੀ ਤੋਂ ਜਲਦੀ ਨਿਭਾਈ ਜਾਏਗੀ। ਇੱਕ ਸਵਾਲ ਮੇਰਾ ਰਹਿ ਗਿਆ ਸੀਗਾ, ਫਿਰ ਇਹ ਸਾਰਾ ਸਮਾਨ ਕਲੈਕਟ ਕਿੱਦਾਂ ਤੁਸੀਂ ਕਰਦੇ ਹੋ? ਆਪ ਲੋਕਾਂ ਤੱਕ ਪਹੁੰਚ ਕਰਦੇ ਹੋ ਜਾਂ ਲੋਕੀ ਤੁਹਾਡੇ ਤੱਕ ਪਹੁੰਚ ਕਰਦੇ? ਜੀ, ਕੁਝ ਪਰਿਵਾਰ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਆਪਣੇ ਆਪ ਹੀ ਇੱਥੇ ਸਮਾਨ ਦੇ ਜਾਂਦੇ ਨੇ, ਔਰ ਕੁਝ ਪਰਿਵਾਰ ਇਸ ਤਰ੍ਹਾਂ ਦੇ ਨੇ ਕਿ ਬਿਜ਼ੀ ਸ਼ੈਡਿਊਲ ਹੋਣ ਕਰਕੇ ਉਹ ਨਹੀਂ ਆ ਪਾਉਂਦੇ, ਔਰ ਉੱਥੇ ਸਾਡੀ NGO ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ। ਸਿਰਫ ਉਹ ਕਾਲ ਕਰਦੇ ਨੇ ਤੇ ਉਹਨਾਂ ਦੇ ਘਰੋਂ ਸਮਾਨ ਲੈ ਕੇ ਆਉਣ ਦੀ ਸੇਵਾ ਸਾਡੀ ਸੰਸਥਾ ਵੱਲੋਂ ਬਿਲਕੁਲ ਨਿਸ਼ਕਾਮ ਨਿਭਾਈ ਜਾਂਦੀ ਹੈ ਜੀ। ਬਿਲਕੁਲ, ਜਿਸ ਤਰ੍ਹਾਂ ਤੁਹਾਨੂੰ ਅੱਜ ਜਲੰਧਰ ਦੇ ਸ਼ੋਰੂਮ ਦੇ ਵਿੱਚ ਲੈ ਕੇ ਪਹੁੰਚੇ ਆ, 11 ਰੁਪਏ ਦੇ ਵਿੱਚ ਹਰ ਇੱਕ ਸਮਾਨ ਜ਼ਰੂਰਤਮੰਦ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ? ਜੇ ਠੀਕ ਲੱਗਾ, ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਤਾਂ ਕਿ ਜ਼ਰੂਰਤਮੰਦ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ।